सतनाम श्री वाहेगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच है भी सच नानक होसी भी सच आए प्रभ शरणागति कृपा निध दयाल एक अखर हर मन वस्त नानक होत निहाल तू चौ सज्जन मेंडिया देई सिस उतार नैन महिंजे तरस दे कद पसी दीदार ज्यों बुलावै है त्यों बुल है स्वामी कुदरत कवण हमारी साध संग नानक जस गायो जो प्रभ की अत प्यारी। सन्मान जोग सत्कार जोग मान जोग गुरु प्यारी गुरु सवारी साध संगत जी, ਆਪਾਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਕਲਗੀਧਰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੋ ਅੰਮ੍ਰਿਤ ਸੰਚਾਰ ਵੇਲੇ 2 ਨੰਬਰ ਤੇ ਬਾਣੀ ਪੜ੍ਹੀ ਜਾਂਦੀ ਹੈ, ਨਿਤਨੇਮ ਵਿੱਚ 2 ਨੰਬਰ ਤੇ ਪਾਠ ਕੀਤਾ ਜਾਂਦਾ। ਮਹਾਨ ਸਤਿਗੁਰੂ ਦੀ ਬਖਸ਼ਿਸ਼ ਅੰਮ੍ਰਿਤ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕੱਲ ਆਪ ਜੀਆਂ ਨੇ 5 ਨੰਬਰ ਪੌੜੀ ਤੱਕ ਸ੍ਰੀ ਜਾਪ ਸਾਹਿਬ ਦੀ ਵਿਚਾਰ ਸਰਵਣ ਕੀਤੀ ਸੀ। ਆਓ ਅੱਗੇ ਸਤਿਗੁਰੂ ਜੀ ਕਿਰਪਾ ਕਰਨ, ਸ੍ਰੇਸ਼ਟ ਬੁੱਧੀ ਸਮਤ ਬਖਸ਼ਿਸ਼ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰੀਏ। ਸਤਿਗੁਰੂ ਆਪ ਮਿਹਰ ਕਰੋ, ਮਿਹਰਮਤ ਕਰੋ, ਕਿਰਪਾ ਕਰੋ। ਆਪਣੇ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਆਪ ਵਰਤ ਕੇ ਬਾਣੀ ਦੀ ਵਿਚਾਰ ਦੀ ਸੇਵਾ ਲਓ। ਮਹਾਰਾਜ ਮਿਹਰਾਂ ਕਰੋ, ਗਰੀਬ ਨਵਾਜ। ਸਤਿਗੁਰੂ ਫਰਮਾਉਂਦੇ ਨੇ 6 ਨੰਬਰ ਪੌੜੀ ਵਿੱਚ, ਨਮਸਤੰ ਅਜੀਤੇ। ਉਹ ਜੋ ਪ੍ਰਮਾਤਮਾ ਹੈ ਜੋ ਜਿੱਤਿਆ ਨਹੀਂ ਜਾਂਦਾ, ਉਹਨੂੰ ਕੋਈ ਸਰ ਨਹੀਂ ਕਰ ਸਕਦਾ, ਜਿੱਤ ਨਹੀਂ ਸਕਦਾ। ਅਜਿੱਤ ਹੈ ਵਾਹਿਗੁਰੂ ਅਜੀਤੇ, ਉਹਨੂੰ ਸਾਡੀ ਮਹਾਰਾਜ ਕਹਿੰਦੇ ਨਮਸਕਾਰ ਹੈ। ਮੈਂ ਹਮੇਸ਼ਾ ਬੇਨਤੀ ਕਰਦਾ, ਨਾਲ ਨਾਲ ਕਥਾ ਸੁਣਦਿਆਂ ਜਿਹੜਾ ਗੁਣ ਜਾਪ ਸਾਹਿਬ ਵਿੱਚ ਸਤਿਗੁਰੂ ਦੱਸਦੇ ਨੇ, ਨਾਲ ਆਪਾਂ ਵੀ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਨਮਸਕਾਰ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਨਮਸਕਾਰ ਕਰਨੀ ਹੈ, ਉਹਨਾਂ ਦੇ ਸਾਰੇ ਹੀ ਸਰਬੰਸ ਪਰਿਵਾਰ ਨੂੰ ਨਮਸਕਾਰ ਕਰਨੀ ਹੈ। ਕੋਈ ਜਿੱਤ ਨਹੀਂ ਸਕਿਆ, ਸਤਿਗੁਰੂ ਨੂੰ ਜਿੱਤ ਨਹੀਂ ਸਕਿਆ। ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ, ਜਿੱਤ ਨਹੀਂ ਕੋਈ ਸਕਿਆ। ਛੋਟੇ ਗੁਰੂ ਕੇ ਲਾਲ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ ਹਨ, ਉਹਨਾਂ ਤੇ ਕੋਈ ਜਿੱਤ ਨਹੀਂ ਪ੍ਰਾਪਤ ਕਰ ਸਕਿਆ। ਜ਼ਿਕਰ ਆਉਂਦਾ ਹੈ ਕਿ ਜਦ ਸ਼ਹੀਦ ਕਰਨਾ ਸੀ ਛੋਟੇ ਸਤਿਗੁਰੂ ਜੀ ਦੇ ਪ੍ਰਜੰਦ ਬਾਬਾ ਫਤਿਹ ਸਿੰਘ ਜੀ, ਜੋ ਪਹਿਲਾਂ ਸ਼ਹੀਦੀਆਂ ਤੋਂ ਪਹਿਲਾਂ ਬਹੁਤ ਤਸੀਹੇ ਦਿੰਦੇ ਨੇ, ਜ਼ਾਲਮ ਸਜ਼ਾਵਾਂ ਦਿੰਦੇ ਹਨ। ਸਤ ਸੰਗਤ ਜਦੋਂ ਸਾਹਿਬਜ਼ਾਦੇ ਨਹੀਂ ਮੰਨਦੇ, ਉਹ ਕਹਿੰਦੇ ਤੁਹਾਡੇ ਸੁੰਦਰ ਸੁੰਦਰ ਲੜਕੀਆਂ ਨਾਲ ਨਿਕਾਹ ਕਰ ਦਿਆਂਗੇ, ਸੁੰਦਰ ਤੁਹਾਨੂੰ ਮਕਾਨ ਰਹਿਣ ਵਾਸਤੇ ਬੰਗਲੇ ਦਿਆਂਗੇ, ਮਾਇਆ ਦਿਆਂਗੇ, ਹਰੇਕ ਸੁੱਖ ਦਿਆਂਗੇ, ਤੁਸੀਂ ਸਿੱਖੀ ਨੂੰ ਛੱਡ ਕੇ ਇਸਲਾਮ ਕਬੂਲ ਕਰੋ।
ਤਾਂ ਉਹਨਾਂ ਨੇ ਸਾਹਿਬਜ਼ਾਦਿਆਂ ਨੇ ਨਾ ਕੀਤੀ ਹੈ। ਬੜਾ ਦਰਦਨਾਕ ਸੀਨ ਆਇਆ ਸਾਹਮਣੇ। ਬਾਹਰ ਦਰਖਤ ਨਾ ਬੰਨ੍ਹ ਕੇ ਸਾਹਿਬਜ਼ਾਦਿਆਂ ਦੇ ਗਲੇਲੇ ਵੀ ਮਾਰਦੇ ਨੇ। ਪੀਪਲ ਬੰਨ ਗਲੇਲੇ ਮਾਰੇ। ਰੱਬ ਦੇ ਪਿਆਰੇ ਕਹਿੰਦੇ ਨੇ ਬਾਬਾ ਫਤਿਹ ਸਿੰਘ ਜੀਆਂ ਨੂੰ ਪਿੱਪਲ ਨਾਲ ਪਿੱਛੇ ਹੱਥ ਬੰਨੇ ਹੋਏ ਹਨ, ਗਲੇਲੇ ਮਾਰਦੇ ਹਨ। ਬਾਬਾ ਫਤਿਹ ਸਿੰਘ ਜੀ ਦੇ ਅੱਖ ਤੇ ਉਹ ਗਲੇਲੇ ਦੀ ਗੋਲੀ ਲੱਗਦੀ ਹੈ। ਹੱਥ ਖੋਲ ਦਿੱਤੇ ਹਨ, ਅੱਖ ਸੁੱਜ ਕੇ ਬਾਹਰ ਨੂੰ ਡਿੱਗਣ ਵਾਲੀ ਹੈ, ਵਿੱਚੋਂ ਐਨ ਖੂਨ ਚੋਰਿਆ ਹੈ। ਹੱਥ ਖੋਲ ਦਿੱਤੇ ਨੇ, ਅੱਖ ਤੇ ਗਲੇਲਾ ਵੱਜਿਆ ਹੈ। ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ। ਤਿੰਨਾਂ ਦੇ ਅੱਖ ਤੇ ਜਦ ਸੱਟ ਲੱਗੀ ਹੈ, ਆਪਣੇ ਗੁਰਮੁਖੋ ਅੱਖ ਤੇ ਮੱਖੀ ਬੈਠ ਜਾਏ ਸਾਡਾ ਹੱਥ ਅੱਖ ਵੱਲ ਜਾਂਦਾ। ਜੇ ਮਾੜੀ ਜੀ ਕੋਈ ਰਾਤ ਨੂੰ ਕੋਈ ਕਿਰਕ ਆਦਿਕ ਕਣ ਆਦਿਕ ਅੱਖ ਵਿੱਚ ਪੈ ਜਾਏ, ਸਵੇਰ ਨੂੰ ਸਾਨੂੰ ਦੇਖਣਾ ਮੁਸ਼ਕਿਲ ਹੋ ਜਾਂਦਾ। ਪਾਣੀ ਜਾ ਜਾ ਕੇ ਅੱਖ ਖਰਾਬ ਹੋ ਜਾਂਦੀ। ਛੇਤੀ ਅਸੀਂ ਦਵਾਈ ਲੈਂਦੇ, ਪਾਓ ਇਹਦੇ ਵਿੱਚ, ਕੱਢੋ ਅੱਖ ਵਿੱਚ ਕੀ ਹੈ। ਬਾਬਾ ਫਤਿਹ ਸਿੰਘ ਜੀ ਧੰਨ ਹਨ। ਬਾਬਾ ਫਤਿਹ ਸਿੰਘ ਜੀ ਧੰਨ ਹਨ, ਧੰਨ ਹਨ, ਧੰਨ ਹਨ। ਅੱਖ ਤੇ ਗਲੇਲਾ ਵੱਜਿਆ ਹੈ, ਅੱਖ ਬਾਹਰ ਨੂੰ ਸੁੱਜ ਕੇ ਆਈ ਹੈ, ਵਿੱਚੋਂ ਖੂਨ ਚੋਰਿਆ ਹੈ। ਜਦ ਸਾਹਮਣੇ ਦੁਸ਼ਮਣ ਗਲੇਲੇ ਮਰਵਾਉਂਦੇ ਨੇ ਤੇ ਪੁੱਛਦੇ ਨੇ ਫਿਰ ਵਜ਼ੀਰ ਖਾਂ ਫਤਿਹ ਸਿੰਘ ਕਬੂਲ ਕਰੋਗੇ ਇਸਲਾਮ? ਬੋਲਿਆ ਨਹੀਂ ਗਿਆ ਬਾਬਾ ਫਤਿਹ ਸਿੰਘ ਜੀ ਹਣਾ ਤੋਂ। ਸਾਧ ਸੰਗਤ ਪਿੱਛੇ ਹੱਥ ਬੰਨੇ ਹੋਏ ਹਨ ਪਿੱਪਲ ਨਾਲ। ਅੱਖ ਵਿੱਚੋਂ ਖੂਨ ਚੋਰਿਆ ਹੈ, ਸੁੱਜ ਕੇ ਬਾਹਰ ਨੂੰ ਡਿੱਗਣ ਵਾਲੀ ਹੋਈ ਪਈ ਅੱਖ। ਤੇ ਜਦੋਂ ਇਹ ਬਚਨ ਕੀਤਾ, ਸੌਰੀ ਬਚਨ ਨਹੀਂ ਕਹਿਣਾ ਚਾਹੀਦਾ ਕਿਉਂਕਿ ਬਚਨ ਰੱਬ ਦੇ ਪਿਆਰੇ ਕਰਦੇ ਹਨ ਖਿਮਾ ਕਰਨਾ। ਜਦੋਂ ਇਹ ਗੱਲ ਦੁਸ਼ਮਣਾਂ ਵੱਲੋਂ, ਜ਼ਾਲਮਾਂ ਵੱਲੋਂ ਕਹੀ ਗਈ, ਫਤਿਹ ਸਿੰਘ ਹੁਣ ਇਸਲਾਮ ਕਬੂਲ ਕਰੋਗੇ? ਬੋਲਿਆ ਵੀ ਨਹੀਂ ਗਿਆ ਹੈ ਬਾਬਾ ਫਤਿਹ ਸਿੰਘ ਜੀਆਂ ਤੋਂ। ਹੱਥ ਪਿੱਛੇ ਬੰਨੇ ਹਨ ਤੇ ਐਂ ਸਿਰ ਫੇਰ ਦਿੱਤਾ, ਭਾਵ ਨਹੀਂ ਅਸੀਂ ਨਹੀਂ ਕਰਾਂਗੇ। ਕਿ ਇਹ ਸਰਕਾਰਾਂ, ਇਹ ਜ਼ਾਲਮ ਵਜੀਦੇ ਵਰਗੇ ਉਹਨਾਂ ਦੇ ਲਾਲਾਂ ਨੂੰ ਹੀ ਨਹੀਂ ਜਿੱਤ ਸਕੇ। ਕਲਗੀਧਰ ਪਾਤਸ਼ਾਹ ਨੂੰ ਕਿਹਨੇ ਜਿੱਤਣਾ ਹੈ? ਅਕਾਲ ਪੁਰਖ ਨੂੰ ਕੌਣ ਜਿੱਤ ਸਕਦਾ ਹੈ? ਮਹਾਰਾਜ ਕਹਿੰਦੇ ਨਮਸਤੰ ਅਜੀਤੇ, ਨਮਸਕਾਰ ਹੈ ਭਾਈ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਨਹੀਂ ਜਿੱਤਿਆ ਜਾਂਦਾ, ਜਿੱਤ ਤੋਂ ਰਹਿਤ ਹੈ, ਉਹਨੂੰ ਨਮਸਕਾਰ। ਨਮਸਤੰ ਅਭੀਤੇ, ਭੀਤ ਭੈ ਭੀਤ ਹੋ ਜਾਣਾ, ਡਰ ਜਾਂਦਾ ਬੰਦਾ। ਕੋਈ ਦੁੱਖ ਦੀ ਗੱਲ ਸੁਣੇ, ਪਰੇਸ਼ਾਨੀ ਦੀ ਗੱਲ ਸੁਣੇ, ਐਨ ਭੈ ਭੀਤ ਹੋ ਜਾਂਦਾ, ਚਿਹਰਾ ਹੋਰ ਹੋ ਜਾਂਦਾ ਹੈ। ਪਰ ਵਾਹਿਗੁਰੂ ਪਰਮੇਸ਼ਰ ਜੀ ਭੈ ਤੋਂ ਰਹਿਤ ਹਨ। ਕਲਗੀਧਰ ਭੈ ਤੋਂ ਰਹਿਤ ਹਨ। ਉਹਨਾਂ ਦਾ ਪਰਿਵਾਰ ਸਾਹਿਬਜ਼ਾਦੇ ਭੈ ਤੋਂ ਰਹਿਤ ਹਨ। ਮਾਤਾ ਗੁਜਰ ਕੌਰ ਜੀ ਸਾਹਮਣੇ ਪਤਾ ਸ਼ਹੀਦੀਆਂ ਹੋ ਜਾਣੀਆਂ, ਪਰ ਭੈ ਨਹੀਂ ਰੱਖਿਆ ਮਨ 'ਚ, ਸਗੋਂ ਪੋਤਰਿਆਂ ਨੂੰ ਹੋਰ ਪ੍ਰੇਰਨਾ ਦੇ ਕੇ, ਉਹਨਾਂ ਨੂੰ ਹੋਰ ਬਲ ਸਹਿਤ ਕਰਕੇ ਰੋਜ਼ ਹੀ ਕਚਹਿਰੀ ਵਿੱਚ ਘੱਲਦੇ ਹਨ। ਉਹ ਭੈ ਨਹੀਂ ਮੰਨਦੇ, ਭੈ ਭੀਤ ਨਹੀਂ ਹੁੰਦੇ। ਅਸੀਂ ਹੋ ਜਾਂਦੇ ਹਨ। ਹਾਂ, ਸਤਿਗੁਰੂ ਜੀ ਕਦੇ ਵੀ ਭੈ ਭੀਤ ਨਹੀਂ ਹੁੰਦੇ। ਅਕਾਲ ਪੁਰਖ ਡਰ ਤੋਂ ਰਹਿਤ ਹਨ। ਇਸ ਕਰਕੇ ਉਹਨਾਂ ਨੂੰ ਨਮਸਕਾਰ ਹੈ ਜੀ। ਨਮਸਤੰ ਅਬਾਹੇ, ਅਬਾਹੇ ਹੁੰਦਾ ਚੱਲਣ ਵਾਲਾ, ਅਬਾਹੇ ਨਾ ਚਲਾਏ ਜਾਣ ਵਾਲੇ, ਨਾ ਚੱਲ ਸਕਣ ਵਾਲੇ। ਵਾਹਿਗੁਰੂ ਪਰਮੇਸ਼ਰ ਕਿਤੇ ਨਹੀਂ ਚੱਲਦੇ। ਉਹ ਤਾਂ ਅੱਗੇ ਪਿੱਛੇ ਕਥਾ ਆਈ ਸੀ, ਉਹ ਤਾਂ ਹਰ ਜਗ੍ਹਾ ਹੀ ਹੈ। ਚੱਲਦਾ ਤਾਂ ਉਹ ਹੈ ਜਿਹੜਾ ਇੱਕ ਜਗ੍ਹਾ ਹੋਵੇ ਦੂਸਰੀ ਜਗ੍ਹਾ ਨਾ ਹੋਵੇ। ਉਹ ਤਾਂ ਜੋਤ ਰੂਪ ਕਰਕੇ, ਪ੍ਰਕਾਸ਼ ਰੂਪ ਕਰਕੇ ਨਾ ਚਲਾਏ ਜਾਣ ਸਕੇ, ਨਾ ਚਲਾਏ ਸਕਣ ਵਾਲੇ ਵਾਹਿਗੁਰੂ ਆਪ ਜੀਆਂ ਨੂੰ ਨਮਸਕਾਰ। ਨਮਸਤੰ ਅਟਾਹੇ, ਢਾਹੇ ਹੁੰਦਾ ਢਾਹ ਲੈਣਾ, ਸਿੱਟ ਦੇਣਾ, ਨੁਕਸਾਨ ਕਰ ਦੇਣਾ। ਦੋ ਘੁਲਦੇ ਨੇ, ਲੜਦੇ ਨੇ, ਇੱਕ ਢਹਿ ਜਾਂਦਾ, ਇੱਕ ਜਿੱਤ ਜਾਂਦਾ। ਪਰ ਵਾਹਿਗੁਰੂ ਸਦਾ, ਪਰਮੇਸ਼ਰ ਸਦਾ ਹੀ ਅਜਿੱਤ ਨੇ, ਉਹਨਾਂ ਨੂੰ ਕੋਈ ਢਾਹ ਨਹੀਂ ਸਕਦਾ। ਇਸ ਕਰਕੇ ਇਹ ਵਾਹਿਗੁਰੂ ਨਾ ਢਾਹੇ ਸਕਣ ਵਾਲੇ ਵਾਹਿਗੁਰੂ ਆਪ ਜੀਆਂ ਨੂੰ ਨਮਸਕਾਰ। ਤੈਨੂੰ ਨਮਸਕਾਰ ਹੈ। ਨਮਸਤੰ ਅਨੀਲੇ, ਜਿਵੇਂ ਗਿਣਤੀ ਹੁੰਦੀ ਹੈ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ ਆਦਿਕ, ਅੱਗੇ ਅੱਗੇ ਚੱਲਦਿਆਂ ਅਰਬ ਖਰਬ ਆ ਕੇ ਇੱਕ ਨੀਲੇ, ਇੱਕ ਅਨੀਲ ਆ ਜਾਂਦਾ। ਉਹ ਗਿਣਤੀ ਤੋਂ ਬਾਹਰ ਹੁੰਦਾ ਅੱਖਰ ਜਿਹੜਾ ਅਨੀਲੇ ਹੈ।
ਆਦ ਅਨੀਲ ਅਨਾਦ ਅਨਾਦ। ਇਹਦਾ ਅਰਥ ਜਪਜੀ ਸਾਹਿਬ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ। ਪਾਵੇ ਗਿਣਤੀ ਤੋਂ ਰਹਿਤ ਵਾਹਿਗੁਰੂ ਤੁਹਾਨੂੰ ਨਮਸਕਾਰ। ਨਮਸਤੰ ਅਨਾਦੇ। ਇਹ ਆਦ ਤੋਂ ਰਹਿਤ ਅਨਾਦੇ ਤੁਹਾਡਾ, ਤੁਸੀਂ ਆਦ ਤੋਂ ਰਹਿਤ ਹੀ ਹੈ, ਤੁਹਾਨੂੰ ਇਸ ਕਰਕੇ ਨਮਸਕਾਰ ਹੈ। ਨਮਸਤੰ ਅਛੇਦੇ। ਛੇਦ ਹੁੰਦੇ ਨੇ ਛਿੱਦਰ ਛੇਦ ਜਿਹੜੇ ਦੋਸ਼, ਤੇ ਵਾਹਿਗੁਰੂ ਤਾਂ ਦੋਸ਼ ਤੋਂ ਰਹਿਤ ਹਨ। ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਦੋਸ਼ ਤੋਂ ਰਹਿਤ ਹੋਣ ਕਰਕੇ ਇਹ ਦੋਸ਼ ਤੋਂ ਰਹਿਤ ਵਾਹਿਗੁਰੂ ਤੁਹਾਨੂੰ ਨਮਸਕਾਰ ਜੀ। ਨਮਸਤੰ ਅਗਾਧੇ। ਅਗਾਧੇ ਅਥਾਹ ਰਹਿਤ, ਤੁਹਾਡਾ ਕੋਈ ਅੰਤ ਨਹੀਂ ਪਾ ਸਕਦਾ। ਅਗਮ ਅਗਾਧ ਹੋ ਤੁਸੀਂ ਮਹਾਰਾਜ, ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ। ਤੁਸੀਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋ। ਨਮਸਤੰ ਤੁਹਾਨੂੰ ਨਮਸਕਾਰ। ਨਮਸਤੰ ਅਗੰਜੇ। ਇੱਥੇ ਗੰਜੇ ਖੰਜਨ ਦਾ ਖਜ਼ਾਨਾ, ਵਾਹਿਗੁਰੂ ਪਰਮੇਸ਼ਰ ਤੁਸੀਂ ਖਜ਼ਾਨੇ ਤੋਂ ਰਹਿਤ ਹੋ। ਜਾਂ ਅਗੰਜੇ ਹੁੰਦਾ ਤੁਸੀਂ ਕੱਟੇ ਨਹੀਂ ਜਾਂਦੇ, ਤੁਹਾਨੂੰ ਕੋਈ ਕੱਟ ਨਹੀਂ ਸਕਦਾ। ਭਾਵ ਖਜ਼ਾਨਿਆਂ ਤੋਂ ਵੀ ਤੁਸੀਂ ਰਹਿਤ ਹੋ ਮਹਾਰਾਜ। ਜਿਵੇਂ ਸਾਡੇ ਖਜ਼ਾਨੇ ਨੇ ਅਕਾਊਂਟ ਬਣਾਏ ਆ, ਕੋਈ ਅੱਗੇ ਮਾਇਆ ਉੱਦਾਂ ਨੱਪ ਦਿੰਦਾ ਸੀ, ਖਜ਼ਾਨਾ ਰੱਖ ਲੈਂਦਾ ਸੀ, ਪਰ ਵਾਹਿਗੁਰੂ ਪਰਮੇਸ਼ਰ ਜੋਤ ਸਰੂਪ ਵਿੱਚ ਇੱਕ ਪਾਸੇ ਉਹ ਸਾਰਿਆਂ ਦੇ ਖਜ਼ਾਨੇ ਦੇ ਮਾਲਕ ਹੈ। ਪਰ ਜਿਵੇਂ ਸਾਡੇ ਖਜ਼ਾਨੇ ਬਣਾਏ ਨੇ, ਮਾਇਆ ਰੱਖਦੇ ਆ, ਸਮਾਰਥ ਰੱਖਦੇ, ਉਹ ਇਹਨਾਂ ਚੀਜ਼ਾਂ ਤੋਂ ਰਹਿਤ ਨੇ ਅਕਾਲ ਪੁਰਖ, ਤਾਂ ਉਹਨਾਂ ਨੂੰ ਨਮਸਕਾਰ ਜੀ। ਨਮਸਤੰ ਪੰਜੇ। ਉਹਨਾਂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਭਰ ਨਹੀਂ ਸਕਦਾ, ਇਸ ਕਰਕੇ ਨਮਸਕਾਰ ਜੀ। ਨਮਸਤੰ ਉਦਾਰੇ। ਉਦਾਰੇ ਹੁੰਦਾ ਖੁੱਲ੍ਹੇ ਦਿਲ ਵਾਲਾ, ਜਿਵੇਂ ਬਹੁਤ ਖੁੱਲ੍ਹੇ ਦਿਲ ਵਾਲੇ ਨੇ, ਜਦੋਂ ਕਿਸੇ ਨੂੰ ਦਾਤ ਦਿੰਦੇ ਨੇ ਖੁੱਲ੍ਹੀਆਂ ਦਾਤਾਂ ਬਖਸ਼ਿਸ਼ ਕਰ ਦਿੰਦੇ ਨੇ। ਫਿਰ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਜਦੋਂ ਦਾਤ ਬਖਸ਼ਦੇ ਹਨ, ਇੰਨੀ ਕਿਰਪਾ, ਇੰਨੀ ਰਹਿਮਤ, ਇੰਨੀ ਬਖਸ਼ਿਸ਼ ਕਰ ਦਿੰਦੇ ਨੇ, ਬਸ ਗਿਣਤੀ ਮਿਣਤੀ ਨਹੀਂ ਫਿਰ ਰੱਖਦੇ ਕੋਈ। ਖੁੱਲ੍ਹੇ ਦਿਲ ਵਾਲੇ ਨੇ, ਖੁੱਲ੍ਹੀਆਂ ਦਾਤਾਂ ਬਖਸ਼ਦੇ ਨੇ, ਖੁੱਲ੍ਹੀਆਂ ਵੱਡੀਆਂ ਰਹਿਮਤਾਂ ਕਰਦੇ ਨੇ। ਕਈ ਵਾਰੀ ਸਾਡਾ ਬਰਤਨ ਹੈ ਜਾਂ ਸਾਡੀ ਮੰਗ ਆ ਥੋੜ੍ਹੀ ਹੁੰਦੀ। ਬਾਬਾ ਨੰਦ ਸਿੰਘ ਜੀਆਂ ਨੂੰ ਜਦੋਂ ਸਾਰਾਗੜ੍ਹੀ ਗੁਰੂ ਘਰ ਵਿੱਚ ਬਾਬਾ ਨੰਦ ਸਿੰਘ ਜੀ ਤੇ ਇੱਕ ਸੰਤ ਬਾਬਾ ਜਵੰਦ ਸਿੰਘ ਜੀ, ਉਹ ਸਥਾਨ ਅੱਜ ਵੀ ਬਣਿਆ ਹੋਇਆ ਹੈ ਸਤ ਸੰਗਤ, ਉੱਥੇ ਬਾਬਾ ਜੀ ਵਿਚਰ ਰਹੇ ਸਨ, ਨਾਲ ਬਾਬਾ ਜਵੰਦ ਸਿੰਘ ਜੀ ਸਨ। ਉਹਨਾਂ ਦਾ ਸਥਾਨ ਏਅਰਪੋਰਟ 'ਤੇ ਵੀ ਬਣਿਆ ਹੋਇਆ ਅੰਦਰ ਹੈ, ਔਰ ਅੰਮ੍ਰਿਤਸਰ ਵਾਲੀ ਏਅਰਪੋਰਟ ਦੇ ਅੰਦਰ ਸਥਾਨ ਹੈ ਉਹਨਾਂ ਦਾ, ਮਹਾਂਪੁਰਖਾਂ ਦਾ। ਅਤੇ ਉਹਨੂੰ ਹਿਲਾ ਨਹੀਂ ਕੋਈ ਸਕਿਆ। ਪਹਿਲਾਂ ਲੱਗੇ ਸੀ ਖਤਮ ਕਰੋ ਚੱਕੋ, ਨਹੀਂ, ਉਹਨੂੰ ਕੋਈ ਹਿਲਾ ਨਹੀਂ ਸਕਿਆ ਸਥਾਨ ਨੂੰ। ਅਤੇ ਬਾਬਾ ਜਵੰਦ ਸਿੰਘ ਜੀ ਨੇ ਬਚਨ ਕੀਤਾ ਬਾਬਾ ਨੰਦ ਸਿੰਘ ਜੀ ਨੂੰ ਕਿ ਬਾਬਾ ਜੀ ਆਪਾਂ ਗੁਰੂ ਨਾਨਕ ਸਾਹਿਬ ਦਾ ਜਸ ਕਰਦੇ, ਕਿਤੇ ਦਰਸ਼ਨ ਨਹੀਂ ਹੋਏ ਸਤਿਗੁਰੂ ਜੀ ਦੇ। ਬਾਬਾ ਜੀ ਕਹਿੰਦੇ ਜਵੰਦ ਸਿੰਘ ਮਹਾਂਪੁਰਖੋ ਉਹ ਔਖੀ ਘਾਟੀ ਹੈ, ਮੌਤ ਤੋਂ ਪਰੇ ਘਾਟੀ ਨਹੀਂ ਜੀ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ, ਤੇ ਦਰਸ਼ਨ ਹੋਣੇ ਚਾਹੀਦੇ ਨੇ। ਬਾਬਾ ਜੀ ਨੇ ਫਿਰ ਉੱਥੇ ਇੱਕ ਕਿਰਿਆ ਦੱਸੀ ਸੰਤ ਬਾਬਾ ਜਵੰਦ ਸਿੰਘ ਜੀ ਉਹਨਾਂ ਨੂੰ ਕਿ 10 ਨੋਹਾਂ ਦੀ ਕਿਰਤ ਕਰਨੀ, ਬਾਹਰ ਮਜ਼ਦੂਰੀ ਕਰਕੇ ਜਾਂ ਬਾਹਰੋਂ ਛਿੱਟੇ ਚੁੱਕ ਚੁੱਕ ਕੇ ਕਣਕ ਕੱਢ ਕੇ ਉਹ ਪੀ ਕੇ ਫਿਰ ਪ੍ਰਸ਼ਾਦਾ ਬਣਾਉਣਾ ਇਤਿਆਦਿਕ ਕੁਛ। ਫਿਰ ਗੁਰੂ ਨਾਨਕ ਸਾਹਿਬ ਨੂੰ ਭੋਗ ਵਾਸਤੇ ਬੇਨਤੀ ਕਰਨੀ। 7 ਦਿਨ ਨਹੀਂ ਛਕਿਆ, 7ਵੇਂ ਦਿਨ ਫਿਰ ਵਿਸਾਖੀ ਲੰਬੀ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਦਰਸ਼ਨ ਬਖਸ਼ੇ ਸ੍ਰੀ ਗੁਰੂ ਨਾਨਕ ਸਾਹਿਬ ਜੀਆਂ ਨੇ, ਔਰ ਨਾਲ ਜਲ ਪਾਣੀ ਛਕਦੇ ਹਨ। ਬਾਬਾ ਜਵੰਦ ਸਿੰਘ ਨੂੰ ਪੁੱਛਦੇ ਗੁਰੂ ਨਾਨਕ ਸਾਹਿਬ, ਮਹਾਂਪੁਰਖੋ ਤੁਸੀਂ ਬੜੀ ਘਾਲ ਕਮਾਈ ਕੀਤੀ, ਸਾਡੇ ਦਰਸ਼ਨ ਹੋਏ, ਤੁਹਾਨੂੰ ਹੁਣ ਦੱਸੋ ਕੀ ਚਾਹੀਦਾ, ਕਾਹਦੇ ਵਾਸਤੇ, ਕੀ ਭਾਵਨਾ ਹੈ ਮਨ ਦੀ। ਉਹ ਬਾਬਾ ਸੰਤ ਜਵੰਦ ਸਿੰਘ ਜੀ ਹੁਣੀ ਕੀਰਤਨ ਦੇ ਬੜੇ ਆਸ਼ਕ ਸਨ, ਕੀਰਤਨ ਦੇ ਬੜੇ ਪ੍ਰੇਮੀ ਸਨ। ਬੇਨਤੀ ਕੀਤੀ ਗਰੀਬ ਨਵਾਜ, ਕਿਉਂਕਿ ਮਹਾਂਪੁਰਖ ਅੱਡੋ ਅੱਡੀ ਅਵਸਥਾ ਵਾਲੇ ਹੁੰਦੇ ਹੈ, ਸਾਰੇ ਬਰਾਬਰ ਹੀ ਹੁੰਦੇ ਨੇ, ਪਰ ਅਵਸਥਾਵਾਂ ਅੱਡੋ ਅੱਡੀ ਹੁੰਦੀਆਂ, ਰੈਂਕ ਅੱਡੋ ਅੱਡੀ ਹੁੰਦੇ ਨੇ। ਜਦੋਂ ਸਰਕਾਰ ਵਿੱਚ ਮੰਤਰੀ ਸਭਾ ਲੱਗਦੀ ਹੈ, ਉਹ ਅੱਡੋ ਅੱਡੀ ਕੋਈ ਮੰਤਰੀ ਹੈ, ਬਹਿੰਦੇ ਇਕੱਠੇ ਹੀ ਜਲ ਪਾਣੀ ਬਹਿ ਕੇ ਪ੍ਰਸ਼ਾਦਾ ਇਕੱਠੇ ਹੀ ਕਰਦੇ, ਪਰ ਉਹਨਾਂ ਦਾ ਮਹਿਕਮਾ ਅਲੱਗ ਅਲੱਗ ਹੁੰਦਾ, ਉਹਨਾਂ ਦੀ ਸ਼ਕਤੀ ਅਲੱਗ ਅਲੱਗ ਹੁੰਦੀ ਹੈ। ਇੱਦਾਂ ਮਹਾਂਪੁਰਖ ਸਾਰੇ ਹੀ ਬਰਾਬਰ ਨੇ, ਚੰਗੇ ਨੇ, ਪਰ ਉਹਨਾਂ ਦੀਆਂ ਅਵਸਥਾਵਾਂ ਲਹਿਦਾ ਕੀਰਤਨ ਦੇ ਪ੍ਰੇਮੀ ਹੋਣ ਕਰਕੇ ਬੇਨਤੀ ਕੀਤੀ ਗਰੀਬ ਨਵਾਜ, ਮੇਰਾ ਮਨ ਇਹ ਹੈ ਵੀ ਜਦੋਂ ਮੈਂ ਕੀਰਤਨ ਕਰਾਂ ਤੁਸੀਂ ਸਾਹਮਣੇ ਬੈਠ ਕੇ ਸੁਣਿਆ ਕਰੋ। ਗੁਰੂ ਸਾਹਿਬ ਹੱਸ ਪਏ, ਕਹਿੰਦੇ ਅੱਗੇ ਵੀ ਸੁਣਦੇ ਆ। ਨਹੀਂ ਜੀ, ਪ੍ਰਤੱਖ
ਫਿਰ ਇੱਦਾਂ ਹੀ ਹੋਇਆ ਜਿੰਨਾ ਚਿਰ ਸਰੀਰ ਕਰਕੇ ਰਹੇ। ਸਤਿਗੁਰੂ ਜੀ ਆਪ ਵਿਰਾਜਮਾਨ ਹੋ ਕੇ ਪ੍ਰਤੱਖ ਸਾਖਸ਼ਤ ਰੂਪ ਵਿੱਚ ਦਰਸ਼ਨ ਦਿੰਦਿਆਂ ਦਿੰਦਿਆਂ ਕੀਰਤਨ ਸਰਵਣ ਕਰਦੇ ਸਨ। ਬਾਬਾ ਆਨੰਦ ਸਿੰਘ ਨੂੰ ਪੁੱਛਿਆ, ਮਹਾਂਪੁਰਖੋ ਤੁਸੀਂ ਦੱਸੋ। ਕਹਿੰਦੇ ਜੀ ਨਹੀਂ, ਮੈਨੂੰ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ, ਤੁਸੀਂ ਘਾਲ ਕਮਾਈ ਬਹੁਤ ਹੈ, ਦੱਸੋ। ਕਹਿੰਦੇ ਨਹੀਂ ਮਹਾਰਾਜ, ਸਾਨੂੰ ਕੁਛ ਨਹੀਂ ਚਾਹੀਦਾ, ਬਸ ਆਪ ਜੀ ਦੇ ਦੀਦਾਰ ਹੋਏ ਨੇ। ਸਤਿਗੁਰੂ ਕਹਿਣ ਲੱਗੇ, ਨਹੀਂ ਆਨੰਦ ਸਿਆਂ, ਮੈਂ ਤੇਰੇ ਤੇ, ਅਸੀਂ ਤੇਰੇ ਤੇ ਖੁਸ਼ ਹਾਂ, ਤੁਸੀਂ ਜ਼ਰੂਰ ਦੱਸਣਾ ਕਰੋ। ਤੇ ਮਹਾਂਪੁਰਖਾਂ ਦੇ ਨੇਤਰਾਂ ਵਿੱਚ ਜਲ ਆ ਗਿਆ। ਕਹਿਣ ਲੱਗੇ, ਮੈਨੂੰ ਮੰਗਣਾ ਨਹੀਂ ਆਉਂਦਾ ਕੁਛ। ਆਖੋ ਸ੍ਰੀ ਵਾਹਿਗੁਰੂ। ਵਿਰਾਗ ਵਿੱਚ ਬਹੁਤ ਆ ਗਏ। ਸਤਿਗੁਰੂ ਜੀ, ਸਾਨੂੰ ਮੰਗਣਾ ਨਹੀਂ ਆਉਂਦਾ ਕੁਛ, ਸਾਡੀ ਸੋਚ ਛੋਟੀ ਹੈ, ਬੁੱਧੀ ਛੋਟੀ ਹੈ, ਸਾਨੂੰ ਕੁਛ ਨਹੀਂ ਮੰਗਣਾ ਆਉਂਦਾ। ਸਤਿਗੁਰੂ ਕਹਿੰਦੇ ਨਹੀਂ, ਫਿਰ ਵੀ ਦੱਸੋ। ਤੇ ਇੱਕ ਬੇਨਤੀ ਕੀਤੀ ਗਰੀਬ ਨਵਾਜ, ਫਿਰ ਇੱਦਾਂ ਕਰੋ, ਆਨੰਦ ਸਿੰਘ ਨੂੰ ਆਪਣਾ ਬਣਾ ਲਓ, ਸਾਨੂੰ ਆਪਣੇ ਬਣਾ ਲਓ। ਪੰਗਤੀਆਂ ਪੜ੍ਹੀਆਂ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰੱਖੋ ਰਾਖਣਹਾਰ ਦਇਆਲਾ, ਨਾਨਕ ਕਰਕੇ ਗੋਲੇ। ਮੈਨੂੰ ਆਪਣਾ ਬਣਾ ਲਓ ਮਹਾਰਾਜ। ਸਤਿਗੁਰੂ ਹੱਸ ਕੇ ਬਚਨ ਕਰਦੇ, ਆਨੰਦ ਸਿਆਂ, ਨਾਲੇ ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ, ਨਾਲੇ ਛੱਡਿਆ ਕੁਛ ਨਹੀਂ ਹੈ। ਜਦ ਮੈਨੂੰ ਹੀ ਮੰਗ ਲਿਆ ਤਾਂ ਸਾਰਾ ਕੁਛ ਹੀ ਮਿਲ ਗਿਆ ਮੈਨੂੰ। ਜਿਵੇਂ ਕ੍ਰਿਸ਼ਨ ਜੀ ਕਿਤੇ ਬਾਹਰ ਗਏ, ਸਾਰੀਆਂ ਰਾਣੀਆਂ ਨੂੰ ਪੁੱਛਿਆ ਕਿ ਦੱਸੋ, ਮੈਂ ਆਉਣਾ ਵਾਪਸ, ਕੀ ਲੈ ਕੇ ਆਵਾਂ ਤੁਹਾਡੇ ਵਾਸਤੇ। ਕਿਸੇ ਰਾਣੀ ਨੇ ਕੁਛ ਕਿਹਾ, ਕਿਸੇ ਨੇ ਕੁਛ, ਆਹ ਲਿਆ ਦਿਓ ਮੈਨੂੰ, ਆਹ ਲਿਆ ਦਿਓ। ਇੱਕ ਵੱਡੀ ਰਾਣੀ, ਉਹਦਾ ਨਾਮ ਸਤਭਾਮਾ ਸੀ। ਸਤਭਾਮਾ ਨੂੰ ਪੁੱਛਿਆ ਤੇ ਉਹ ਕਹਿਣ ਲੱਗੀ, ਮੈਨੂੰ ਜੀ ਕੁਛ ਨਹੀਂ ਚਾਹੀਦਾ, ਬਸ ਮੈਨੂੰ ਤਾਂ ਕਿਰਪਾ ਕਰੋ, ਬਸ ਤੁਸੀਂ ਚਾਹੀਦੇ। ਕਹਿੰਦੇ ਨਹੀਂ, ਫਿਰ ਵੀ ਦੱਸੋ ਕੀ ਚਾਹੀਦਾ। ਮੰਗਣ ਤੋਂ ਗੱਲ ਯਾਦ ਆ ਜਾਂਦੀ ਹੈ। ਤੇ ਸਤਭਾਮਾ ਨੇ ਕਿਹਾ, ਮਹਾਰਾਜ ਕ੍ਰਿਸ਼ਨ ਭਗਵਾਨ ਜੀਆਂ ਨੂੰ ਕਿ ਮੈਨੂੰ ਜ਼ਿੰਦਗੀ ਦੁੱਖ ਦੇ ਦਿਓ ਮਹਾਰਾਜ, ਮੈਂ ਦੁਖੀ ਰਵਾਂ, ਦੁੱਖ ਦਿਓ। ਕ੍ਰਿਸ਼ਨ ਜੀ ਕਹਿਣ ਲੱਗੇ, ਇਹ ਕਿਉਂ ਮੰਗਿਆ ਦੁੱਖ। ਕਹਿੰਦੇ ਮਹਾਰਾਜ ਜੀ, ਮੈਂ ਦੁੱਖ, ਜਦੋਂ ਮੇਰੇ ਸਾਡੇ ਕੋਲ ਦੁੱਖ ਹੁੰਦਾ ਤੁਸੀਂ ਯਾਦ ਰਹਿੰਦੇ ਹੋ, ਸੁੱਖ ਵਿੱਚ ਤੁਸੀਂ ਭੁੱਲ ਜਾਂਦੇ ਹੋ, ਬਸ ਤੁਹਾਨੂੰ ਤੁਹਾਡੀ ਯਾਦ ਦੀ ਲੋੜ ਹੈ ਮਹਾਰਾਜ, ਤੁਹਾਡੀ ਲੋੜ ਹੈ। ਦੁੱਖ ਹੋਵੇਗਾ ਮੈਂ ਤੁਹਾਨੂੰ ਬਾਰ-ਬਾਰ ਯਾਦ ਕਰਾਂਗੀ। ਸੁੱਖ ਵਿੱਚ ਮਨੁੱਖ ਭੁੱਲ ਜਾਂਦਾ। ਹੋਰ ਵੀ ਐਗਜ਼ਾਮਪਲ ਆ ਜਾਂਦੀ ਹੈ, ਜਿਵੇਂ ਕੋਈ ਰੱਬ ਦਾ ਪਿਆਰਾ ਤੁਰਿਆ ਜਾਂਦਾ ਸੀ, ਇੱਕ ਦਰੱਖਤ ਥੱਲੇ ਬੈਠਾ, ਆਪਣਾ ਜੋੜਾ ਲਾਇਆ ਬਹਿ ਕੇ, ਪੈਰ ਉਹਦੇ ਲਾਲ ਹੋਏ ਪਏ ਨੇ, ਸੁੱਜੇ ਪਏ ਨੇ, ਬਹੁਤ ਜੋੜਾ ਜਿਹੜਾ ਜੁੱਤਾ ਹੈ ਤੰਗ ਹੈ। ਕਿਸੇ ਨੇ ਪੁੱਛਿਆ ਕੀ ਗੱਲ, ਕਹਿੰਦੇ ਜੁੱਤੀ ਤੰਗ ਹੈ ਮੇਰੀ ਬਹੁਤ। ਕਹਿੰਦੇ ਮੈਂ ਬਹੁਤ ਔਖਾ ਹੁੰਦਾ, ਬਹੁਤ ਤੰਗ ਹੈ। ਕਿਸੇ ਨੇ ਦੱਸਿਆ ਵੀ ਭਲਿਓ ਤੁਸੀਂ ਜੁੱਤੀ ਹੋਰ ਲੈ ਲਓ, ਕੋਈ ਜੋੜਾ ਹੋਰ ਲੈ ਲਓ, ਤੰਗ ਕਿਉਂ ਪਾਉਂਦੇ ਹੋ। ਕਹਿਣ ਲੱਗੇ, ਪਾਉਣਾ ਮੈਂ ਲੈ ਹੋਰ ਸਕਦਾ, ਤੰਗ ਜੋੜਾ ਇਸ ਕਰਕੇ ਪਾਉਣਾ, ਜਦੋਂ ਮੈਂ ਲਾਹ ਕੇ ਜੋੜਾ ਤੁਰ ਕੇ ਤੇ ਲਾਹ ਕੇ ਬਹਿਨਾ, ਮੈਨੂੰ ਬੜਾ ਹੀ ਆਰਾਮ ਆਉਂਦਾ, ਬਹੁਤ ਆਰਾਮ ਆ ਜਾਂਦਾ ਮੈਨੂੰ, ਦੁੱਖ ਤੋਂ ਬਾਅਦ ਬੜਾ ਸਕੂਨ ਮਿਲਦਾ। ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਦਿੰਦਾ, ਕਿਤੇ ਕਰਕੇ ਦੇਖ ਲਿਓ ਤੁਸੀਂ। ਗਰਮੀ ਜਿਵੇਂ ਇੰਡੀਆ 'ਚ ਬਹੁਤਾ ਪਤਾ ਲੱਗ ਜਾਣਾ, ਗਰਮੀ 'ਚ ਨਾ ਪੱਖੇ ਹੇਠਾਂ ਬਹਿ ਜਾਓ, AC ਕੂਲਰ ਹੇਠਾਂ ਨਾ ਬੈਠੋ, ਪੱਖੇ ਹੇਠਾਂ ਬੈਠੋ। ਗਰਮੀ 'ਚ ਤੱਤੀ ਹਵਾ ਦਿੰਦਾ, ਗਰਮ ਹਵਾ ਆਉਣ ਲੱਗ ਜਾਂਦੀ ਹੈ, ਉਹ ਫਿਰ ਹਵਾ ਗਰਮ ਲੱਗਦੀ, ਫਿਰ ਵੀ ਚੰਗੀ ਨਹੀਂ ਲੱਗਦੀ। ਅਤੇ ਤੁਸੀਂ ਇੱਕ ਕੰਮ ਕਰਿਓ, 10 ਮਿੰਟ ਪੱਖੇ ਨੂੰ ਬੰਦ ਕਰ ਦਿਓ, ਫਿਰ ਸਰੀਰ ਨੂੰ ਮੁੜਕਾ ਆ ਜਾਏਗਾ। ਮੁੜਕਾ ਆਉਣ ਤੋਂ ਬਾਅਦ ਫਿਰ ਪੱਖੇ ਨੂੰ ਔਨ ਕਰਕੇ ਵੇਖਿਓ ਪੱਖੇ ਦੀ ਹਵਾ, ਹਾਂ ਕੋ ਸ੍ਰੀ ਵਾਹਿਗੁਰੂ, ਫਿਰ ਐਂ ਸਰੀਰ ਮੁੜ ਕੇ ਨਾ ਭੱਜ ਜਾਂਦਾ, ਹੈਂ ਠੰਡੀ ਹਵਾ ਲੱਗਦੀ ਹੈ, ਫਿਰ ਇੰਨਾ ਸਕੂਨ ਆਉਂਦਾ। ਪੱਖਾ ਉਹੀ ਹੈ, ਪਹਿਲਾਂ ਗਰਮ ਹਵਾ ਆ ਰਹੀ ਸੀ, ਹੁਣ ਠੰਡੀ ਹਵਾ ਆ ਰਹੀ ਹੈ। ਬਸ ਇਹੀ ਗੱਲ ਹੈ ਗੁਰਮੁਖੋ, ਦੁੱਖ ਤੋਂ ਬਾਅਦ ਜਦੋਂ ਵਾਹਿਗੁਰੂ ਪਰਮੇਸ਼ਰ ਮਿਲਦੇ ਨੇ, ਕਿਰਪਾ ਕਰਦੇ ਨੇ, ਇੱਦਾਂ ਹੀ ਮੈਨੂੰ ਲੱਗਦਾ ਜਿਵੇਂ ਮੁੜਕਾ ਆਏ ਤੋਂ ਹਵਾ ਲੱਗਦੀ, ਇੰਨਾ ਸਕੂਨ ਮਿਲਦਾ। ਪਹਿਲਾਂ ਗਰਮ ਹਵਾ ਦੇਈ ਜਾਂਦਾ, ਫਿਰ ਉਹੀ ਹਵਾ ਸਾਨੂੰ ਬਹੁਤ ਚੰਗੀ ਲੱਗਦੀ ਹੈ, ਠੰਡੀ ਲੱਗਦੀ ਹੈ, ਜੀਅ ਕਰਦਾ ਬੈਠਣ ਨੂੰ। ਇੱਦਾਂ ਹੀ ਦੁੱਖ ਤਾਂ ਰੱਬ ਦੇ ਪਿਆਰੇ ਕਹਿੰਦੇ ਸਾਨੂੰ ਦੁੱਖ ਦੇ ਦਿਓ। ਦੁੱਖ ਤੋਂ ਬਾਅਦ ਬਸ ਵਾਹਿਗੁਰੂ ਦਾ ਯਾਦ ਬਣੀ ਰਹਿੰਦੀ ਹੈ। ਸਤਭਾਮਾ ਨੇ ਕਿਹਾ, ਮਹਾਰਾਜ ਮੈਨੂੰ ਦੁੱਖ ਮਿਲੇਗਾ ਅਤੇ ਮੈਨੂੰ ਤੁਸੀਂ ਯਾਦ ਰਹੋਗੇ, ਤੁਸੀਂ ਯਾਦ ਰਹੋਗੇ ਅਤੇ ਫਿਰ ਆਨੰਦ ਹੀ, ਫਿਰ ਭਗਵਾਨ ਜੀ ਸਾਰਿਆਂ ਕੋਲੋਂ ਚੀਜ਼ਾਂ ਲਿਆ ਦਿੱਤੀਆਂ। ਆਪ ਸਤਭਾਮਾ ਦੀ ਕੋਠੀ ਵਿੱਚ, ਬੰਗਲੇ ਵਿੱਚ, ਮਹਿਲ ਵਿੱਚ ਰਹੇ ਜਾ ਕੇ। ਅਤੇ ਦੂਸਰੀਆਂ ਨੇ ਇਤਰਾਜ਼ ਕੀਤਾ, ਤੁਸੀਂ ਉਹਨਾਂ ਕੋਲੇ ਰਹਿੰਦੇ, ਸਾਡੇ ਕੋਲੇ ਨਹੀਂ ਆਏ। ਕਹਿੰਦੇ ਉਹਨਾਂ ਨੇ ਮੈਨੂੰ ਮੰਗਿਆ, ਤੁਸੀਂ ਪਦਾਰਥ ਮੰਗੇ ਨੇ, ਤੁਸੀਂ ਪਦਾਰਥ ਹੀ ਮੰਗੇ ਨੇ, ਉਹਨੇ ਮੈਨੂੰ ਮੰਗ ਲਿਆ। ਜੇ ਕਿਤੇ ਜੰਗ ਦਾ ਸਮਾਂ ਆਇਆ, ਯੁਧਿਸ਼ਟਰ ਅਤੇ ਦੁਰਯੋਧਨ ਤਿੰਨਾਂ ਨੇ ਭਗਵਾਨ ਨੂੰ ਯਾਦ ਕੀਤਾ ਹੈ। ਯੁਧਿਸ਼ਟਰ ਵੀ ਗਿਆ ਭਗਵਾਨ ਕੋਲੇ ਯਾਦ ਕਰਕੇ, ਅਤੇ ਦੁਰਯੋਧਨ ਵੀ ਗਿਆ ਭਗਵਾਨ ਕੋਲੇ। ਯੁਧਿਸ਼ਟਰ ਨੂੰ ਧਰਮ ਪੁੱਤਰ
ਕਿਹਾ। ਯੁਧਿਸ਼ਟਰ ਭਗਵਾਨ ਜੀ ਦੇ ਚਰਨਾਂ ਵਾਲੇ ਪਾਸੇ ਖੜ ਗਿਆ। ਦੁਰਯੋਧਨ ਮਹਾਰਾਜ ਦੇ ਸੀਸ ਵਾਲੇ, ਭਗਵਾਨ ਦੇ ਸੀਸ ਵਾਲੇ ਪਾਸੇ, ਸਿਰ ਵਾਲੇ ਪਾਸੇ ਖੜਾ ਹੈ। ਗੁਰਮੁਖੋ, ਕਦੇ ਵੀ ਗੁਰੂ ਦੇ ਸੀਸ ਵਾਲੇ ਪਾਸੇ ਨਹੀਂ ਖੜਨਾ, ਗੁਰੂ ਦੇ ਚਰਨਾਂ 'ਚ ਖੜਨਾ ਹੈ। ਤੇ ਜਦ ਭਗਵਾਨ ਨੂੰ ਪਤਾ ਲੱਗਾ ਪਿਆਰੇ ਆਏ ਨੇ, ਨੇਤਰ ਖੋਲ੍ਹੇ ਤੇ ਦ੍ਰਿਸ਼ਟੀ ਯੁਧਿਸ਼ਟਰ ਤੇ ਪਈ ਹੈ। ਸਾਹਮਣੇ ਵੇਖਿਆ, ਨਮਸਕਾਰ ਕੀਤੀ, ਉੱਪਰ ਨੂੰ ਚੱਕ ਕੇ ਵੇਖਿਆ, ਇੱਧਰ ਦੁਰਯੋਧਨ ਵੀ ਖੜਾ ਹੈ। ਗੁਰਮੁਖੋ, ਸੀਸ ਵੱਲ ਖੜੀਏ ਨਜ਼ਰ ਨਹੀਂ ਪੈਂਦੀ, ਪੈਰਾਂ ਵੱਲ, ਚਰਨਾਂ ਵੱਲ ਖੜੀਏ ਨਜ਼ਰ ਪੈਂਦੀ। ਕਿਸੇ ਮਨੁੱਖ ਦੇ ਪੈਰਾਂ ਵਾਲੇ ਪਾਸੇ ਖੜੋ, ਉਹਦੇ ਪਿਛਲੇ ਪਾਸੇ ਖੜ ਜਾਓ ਜਾ ਕੇ, ਪਰ ਦਿਸਦਾ ਨਹੀਂ। ਇੱਦਾਂ ਭਗਵਾਨ ਨੇ ਬਚਨ ਕੀਤਾ, ਆਓ ਦੱਸੋ। ਕਹਿੰਦੇ ਜੀ ਜੰਗ ਦਾ ਸਮਾਂ, ਦੋਨੇ ਹੀ ਸਾਹਮਣੇ ਖੜੇ ਨੇ। ਕਹਿੰਦੇ ਦੱਸੋ ਕੀ ਚਾਹੀਦਾ। ਦੁਰਯੋਧਨ ਨੂੰ ਪੁੱਛਿਆ। ਦੁਰਯੋਧਨ ਕਹਿੰਦਾ ਜੀ ਮੈਨੂੰ ਤਾਂ ਫੌਜਾਂ ਦੇ ਦਿਓ, ਬਸ ਫੌਜਾਂ ਚਾਹੀਦੀਆਂ। ਭਗਵਾਨ ਕਹਿੰਦੇ ਕੋਈ ਨਾ, ਭੇਜ ਦਿੰਦੇ ਫੌਜਾਂ। ਯੁਧਿਸ਼ਟਰ ਨੂੰ ਪੁੱਛਣ ਲੱਗੇ ਨੇ ਭਗਵਾਨ ਕ੍ਰਿਸ਼ਨ ਜੀ, ਕਹਿੰਦੇ ਤੁਸੀਂ ਦੱਸਣਾ ਕਰੋ। ਕਹਿੰਦੇ ਮਹਾਰਾਜ ਤੁਸੀਂ ਆਇਓ ਜੰਗ ਵਿੱਚ, ਯੁੱਧ ਵਿੱਚ। ਕਹਿੰਦੇ ਤੈਨੂੰ ਨਹੀਂ ਫੌਜਾਂ ਚਾਹੀਦੀਆਂ? ਨਹੀਂ, ਫੌਜਾਂ ਨਹੀਂ, ਤੁਸੀਂ ਚਾਹੀਦੇ ਹੋ। ਜਿੱਤ ਫਿਰ ਯੁਧਿਸ਼ਟਰ ਦੀ ਹੁੰਦੀ ਹੈ। ਜਿੱਧਰ ਫੌਜਾਂ ਗਈਆਂ ਭਗਵਾਨ ਦੀਆਂ, ਉੱਧਰ ਹਾਰ ਹੋਈ ਹੈ। ਜਿੱਧਰ ਭਗਵਾਨ ਆਪ ਗਏ ਨੇ, ਉੱਧਰ ਗੁਰਮੁਖੋ ਜਿੱਤ ਹੋਈ ਹੈ। ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਜਦ ਰਹਿਮਤਾਂ ਕਰਦਾ ਹੈ, ਖੁੱਲ੍ਹੇ ਦਿਲ ਵਾਲਾ ਹੈ, ਬਖਸ਼ਿਸ਼ਾਂ ਕਰਦਾ ਹੈ। ਬਖਸ਼ਿਸ਼ਾਂ ਫਿਰ ਉੱਥੋਂ ਸੰਭਾਲੀਆਂ ਨਹੀਂ ਜਾਂਦੀਆਂ। ਜਿਹੜੀਆਂ ਬਖਸ਼ਿਸ਼ਾਂ ਤੋਂ ਵਾਂਝੇ ਰਹਿ ਜਾਂਦੇ, ਉਹਨਾਂ ਦੀ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ। ਅੱਗੇ ਕਹਿੰਦੇ ਨਮਸਤੰ ਅਪਾਰੇ, ਉਹ ਵਾਹਿਗੁਰੂ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਬੇਅੰਤ ਹੈ, ਬੇਅੰਤ ਹੈ। ਨਮਸਤੰ ਸੋ ਇੱਕ ਹੈ, ਸੋ ਇੱਕ ਹੈ। ਉਹ ਇੱਕ ਰੂਪ ਵਾਲੇ ਹਨ, ਪ੍ਰਕਾਸ਼ ਰੂਪ ਹਨ, ਬ੍ਰਹਮ ਰੂਪ ਹਨ, ਜੋਤ ਰੂਪ ਹਨ। ਉਹਨਾਂ ਨੂੰ ਨਮਸਕਾਰ ਜੀ। ਨਮਸਤੰ ਅਨੇਕ ਹੈ, ਉਹ ਅਨੇਕ ਰੂਪ ਵਾਲੇ ਹਨ। ਅਸਲ ਵਿੱਚ ਇੱਕ ਰੂਪ ਪ੍ਰਕਾਸ਼ ਰੂਪ ਹੈ, ਅਨੇਕਾਂ ਰੂਪਾਂ 'ਚ ਆ ਜਾਂਦੇ ਨੇ। ਫਿਰ ਉਹ ਜਿਹੜੀ ਭਾਵਨਾ ਨਾਲ ਕੋਈ ਯਾਦ ਕਰਦਾ ਹੈ, ਪੰਡਿਤ ਸ਼ਿਵਦੱਤ ਵਾਂਗ, ਉਹ ਕਹਿੰਦਾ ਜੀ ਕ੍ਰਿਸ਼ਨ ਦਾ ਰੂਪ ਧਾਰਨ ਕਰੋ ਕਲਗੀਧਰ ਨੂੰ, ਉਹ ਹੋ ਗਿਆ। ਰਾਮ ਦਾ ਰੂਪ ਵੇਖਿਆ, ਉਹ ਹੋ ਗਿਆ। ਉਹ ਸਾਰੇ ਰੂਪਾਂ ਵਿੱਚ ਹੀ ਆ ਜਾਂਦਾ ਹੈ। ਉਹ ਇੱਕ ਰੂਪ ਵੀ ਹੈ ਤੇ ਅਨੇਕਾਂ ਰੂਪਾਂ ਵਾਲੇ ਵੀ, ਇਸ ਕਰਕੇ ਉਹਨੂੰ ਨਮਸਕਾਰ ਹੈ ਜੀ। ਨਮਸਤੰ ਅਭੂਤੇ, ਅਭੂਤੇ ਭੂਤ ਹੁੰਦੇ ਪੰਜ ਤੱਤ, ਉਹ ਅਭੂਤੇ ਪੰਜਾਂ ਤੱਤਾਂ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ। ਜਿਵੇਂ ਅਸੀਂ ਅੱਗ, ਪਾਣੀ, ਹਵਾ, ਧਰਤੀ, ਆਕਾਸ਼, ਸਾਡਾ ਸਰੀਰ ਹੈ, ਜਿਹੜੀ ਕਾਇਆ, ਪੰਜਾਂ ਤੱਤਾਂ ਦੀ ਬਣੀ। ਉਹ ਪ੍ਰਕਾਸ਼ ਰੂਪ, ਜੋਤ ਰੂਪ ਹੋਣ ਕਰਕੇ ਤੱਤਾਂ ਤੋਂ ਰਹਿਤ ਹੈ। ਨਮਸਤੰ ਅਜੂਪੇ, ਜੂਪੇ ਅਜੂਪੇ, ਉਹ ਬੰਧਨਾਂ ਤੋਂ ਰਹਿਤ ਹੈ ਮਹਾਰਾਜ। ਬੰਦੇ ਅਜੂਪਾ ਹੁੰਦਾ ਬੰਨਣਾ, ਉਹ ਬੰਨਿਆ ਨਹੀਂ ਜਾਂਦਾ, ਉਹ ਬੰਧਨ ਤੋਂ ਰਹਿਤ ਹੈ। ਇਸ ਕਰਕੇ ਪੰਜਾਂ ਤੱਤਾਂ ਤੋਂ ਤੁਸੀਂ ਰਹਿਤ ਹੋ, ਤੁਹਾਨੂੰ ਨਮਸਕਾਰ ਜੀ। ਤੇ ਤੁਸੀਂ ਬੰਧਨਾਂ ਤੋਂ ਰਹਿਤ ਹੋ, ਤੁਹਾਨੂੰ ਨਮਸਕਾਰ। ਨਮਸਤੰ ਨਿਰਕਰਮੇ, ਉਹ ਕਰਮ ਤੋਂ ਵੀ ਰਹਿਤ ਹੈ, ਉਹ ਕਰਮ ਨਹੀਂ ਕਰਦਾ ਕੋਈ। ਕਰਮ ਕਰਤ ਹੋਵੇ ਨਿਰਕਰਮ, ਤਿਸ ਵੈਸ਼ਨੂੰ ਕਾ ਨਿਰਮਲ ਧਰਮ। ਅਸੀਂ ਤਾਂ 10 ਰੁਪਈਏ ਦਾਨ ਜੇ ਕੀਤੇ ਕਿਸੇ ਨੂੰ, ਅਸੀਂ 50 ਬੰਦਿਆਂ ਨੂੰ ਦੱਸਣਾ ਮੈਂ ਆਹ ਦਾਨ ਕੀਤਾ। ਉਹ ਜਦੋਂ ਅਸੀਂ ਦੱਸਦੇ ਹਾਂ, ਫਿਰ ਉਹ ਜਦੋਂ ਕਿਸੇ ਨੂੰ ਦਿੰਦੇ ਹਾਂ, ਉਹ ਫਿਰ ਲੈਣ ਵਾਸਤੇ ਆਉਣਾ ਪੈਂਦਾ। ਐਸੇ ਰੱਬ ਦੇ ਪਿਆਰੇ, ਮੈਂ ਜਪਜੀ ਸਾਹਿਬ ਵਿੱਚ ਜ਼ਿਕਰ ਕੀਤਾ ਸੀ, ਬਾਰ-ਬਾਰ ਕਰਨ ਦੀ ਗੱਲ ਯੋਗ ਨਹੀਂ ਹੁੰਦੀ। ਪਿਆਰੇ ਸੀ, ਉਹਨਾਂ ਨੇ ਮਾਇਆ ਦੇਣੀ ਸਾਨੂੰ ਜਦੋਂ ਜਾਣਾ, ਉਹਨਾਂ ਨੇ ਮਾਇਆ ਦੇਣੀ, 500 ਰੁਪਈਆ ਦੇਣਾ। ਹੁਣ ਤਾਂ ਚੜ੍ਹਾਈ ਕਰ ਗਏ ਤੇ ਬਚਨ ਕਰਨੇ, ਇਹ ਮੈਂ ਨਹੀਂ ਦੇ ਰਿਹਾ। ਮੈਂ ਕਿਹਾ ਜੀ ਤੁਸੀਂ ਤਾਂ ਦੇ ਰਹੇ ਆ। ਨਹੀਂ, ਇਹ ਤੁਹਾਡੀ ਪਰਾਰਬਤ ਹੈ। ਮੈਂ ਉਹਨਾਂ ਨੂੰ ਕਹਿਣਾ ਇੱਦਾਂ ਕਿ ਬਚਨ ਕਰਦੇ। ਕਹਿੰਦੇ ਜੇ ਹੁਣ ਮੈਂ ਕਹਿ ਤਾ ਮੈਂ ਦੇ ਰਿਹਾ, ਫਿਰ ਮੈਨੂੰ ਹੋਰ ਜਨਮ ਲੈਣਾ ਪਊ, ਫਿਰ ਲੈਣ ਵਾਸਤੇ ਆਉਣਾ ਪਏਗਾ। ਇਸ ਵਾਸਤੇ ਕਰਮ ਕਰਤ ਹੋਵੇ ਨਿਹ ਕਰਮ, ਕਰਮ ਕਰੋ ਤੇ ਨਿਹ ਕਰਮ ਹੋ ਜਾਓ। ਵੀ ਮੈਂ ਨਹੀਂ ਕੀਤਾ, ਇਹ ਕਰ ਲਓ, ਇਹ ਕਹੋ ਮੈਂ ਨਹੀਂ ਕੀਤਾ। ਕਹਿੰਦੇ ਪੱਖਾ ਲਾਓ ਗੁਰੂ ਘਰ ਮੇਰਾ ਨਾਂ ਹੋਵੇ, ਪੱਥਰ ਲਾਓ ਮੇਰਾ ਨਾਂ ਹੋਵੇ। ਸਾਡਾ ਨਾਮ ਹੋਣਾ ਚਾਹੀਦਾ। ਜੇ ਨਾਮ ਕਰਕੇ ਹੀ ਅਸੀਂ ਕਰਦੇ ਹਾਂ, ਉਹ ਫਿਰ ਬਾਅਦ ਵਿੱਚ ਫਿਰ ਜਨਮ ਹੋ ਜਾਂਦਾ ਮਨੁੱਖ ਦਾ। ਕਹਿੰਦੇ ਮੈਂ ਫਿਰ ਦੁਬਾਰੇ ਆਉਣਾ ਪਊ ਮੈਨੂੰ। ਕਰਮ ਕਰਤ ਹੋਵੇ ਨਿਹਕਰਮ, ਕਰਮ ਕਰਕੇ ਉਹਨੂੰ ਨਿਹਕਰਮ ਹੋ ਜਾਓ, ਭਾਵ ਮੈਂ ਨਹੀਂ ਕੀਤਾ। ਇਹ ਤਾਂ ਸਤਿਗੁਰੂ ਜੀ ਕਰਵਾ ਰਹੇ, ਤੁਹਾਡੀ ਰਜਾ ਮਹਾਰਾਜ, ਅਸੀਂ ਕੀ ਕਰਨਾ। ਕਰਮਾਂ ਤੋਂ ਰਹਿਤ
ਤਿਸ ਵੈਸ਼ਨੋ ਕਾ ਨਿਰਮਲ ਧਰਮ, ਅਸਲ ਵਿੱਚ ਉਹਨਾਂ ਦਾ ਨਿਰਮਲ ਧਰਮ ਹੈ। ਉਹ ਵੈਸ਼ਨੋ ਹੁੰਦਾ ਭਗਤ ਦਾ ਨਿਰਮਲ ਕਰਮ ਹੈ, ਜਿਹੜਾ ਕਰਮ ਕਰਕੇ ਕਵੇ ਮੈਂ ਕੁਛ ਨਹੀਂ ਕੀਤਾ। ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਨਮਸਤੰ ਨਿਰਕਰਮੇ ਹੇ ਕਰਮ ਤੋਂ ਰਹਿਤ। ਵਾਹਿਗੁਰੂ ਤੁਹਾਨੂੰ ਨਮਸਕਾਰ ਜੀ। ਨਮਸਤੰ ਨਿਰਭਰਮੇ, ਭਰਮ ਤੋਂ ਵੀ ਰਹਿਤ ਹੈ। ਸਾਨੂੰ ਭਰਮ ਹੋ ਜਾਂਦੇ, ਆਹ ਦਿਨ ਨੇ ਨਹਾਉਣਾ ਨਹੀਂ, ਇਸ ਦਿਨ ਕੱਪੜੇ ਨਹੀਂ ਧੋਣੇ, ਬੀਬੀ ਸਵੇਰੇ ਖਾਲੀ ਟੋਕਰਾ ਇੱਥੇ ਇੰਡੀਆ 'ਚ ਇੱਦਾਂ ਦਾ ਵਾਲਾ ਮਿਲ ਗਈ, ਕਹਿੰਦੇ ਹੁਣ ਕੰਮ ਨਹੀਂ ਬਣਨਾ। ਕਿਸੇ ਨੇ ਛੱਕ ਮਾਰੀ, ਕਹਿੰਦੇ ਹੁਣ ਕੰਮ ਨਹੀਂ ਬਣਨਾ। ਆਹ ਬੰਦਾ ਮਿਲਿਆ ਸਾਡਾ, ਹੁਣ ਕੰਮ ਨਹੀਂ ਬਣਨਾ। ਪਾਤਸ਼ਾਹ ਕਹਿੰਦੇ ਤੂੰ ਮੂਲ ਮੰਤਰ ਦਾ ਜਾਪ ਕਰਕੇ 5 ਬਾਣੀਆਂ ਦਾ ਪਾਠ ਕਰ, ਮੂਲ ਮੰਤਰ ਔਰ ਗੁਰਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ ਕਾਰਜ ਵਾਸਤੇ ਜਾ, ਕੰਮ ਵਾਸਤੇ ਜਾ, ਕਿਉਂ ਨਹੀਂ ਬਣੇਗਾ? ਸਭ ਕੁਛ ਹੋ ਜਾਣਾ, ਮਿਹਰ ਹੋ ਜਾਣੀ ਹੈ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਭਰਮ ਤੋਂ ਰਹਿਤ ਤੁਹਾਨੂੰ ਨਮਸਕਾਰ। ਨਮਸਤੰ ਨਿਰਦੇਸ਼ੇ, ਉਹ ਦੇਸ਼ ਤੋਂ ਵੀ ਰਹਿਤ। ਇੱਥੇ ਕਹਿੰਦੇ ਅਮਰੀਕਨ ਹੈ, ਅਮਰੀਕਾ 'ਚ ਰਹਿੰਦਾ ਹੈ, ਕੈਨੇਡਾ ਵਿੱਚ ਰਹਿੰਦਾ ਹੈ, ਹੋਰ ਕੰਟਰੀ ਇੰਡੀਆ ਵਿੱਚ ਅਤੇ ਇੰਗਲੈਂਡ ਵਿੱਚ ਹੈ, ਲੰਡਨ ਵਿੱਚ ਹੈ ਨਾ। ਉਹ ਤਾਂ ਦੇਸ਼ਾਂ ਤੋਂ ਰਹਿਤ ਨਿਰਦੇਸ਼ ਨੇ। ਉਹ ਜਿੱਥੇ ਹਰ ਜਿੱਥੇ ਉਹਨੂੰ ਬੈਠ ਕੇ ਕੋਈ ਯਾਦ ਕਰੇ, ਉੱਥੇ ਹੀ ਉਹ ਜਾ ਕੇ ਸਹਾਈ ਪਾਤਸ਼ਾਹ ਹੋ ਜਾਂਦੇ ਨੇ। ਨਮਸਕਾਰ ਹੈ ਜੀ, ਤੁਸੀਂ ਦੇਸ਼ ਤੋਂ ਰਹਿਤ ਹੋ। ਨਮਸਤੰ ਨਿਰਭੇਸੇ, ਉਹ ਭਾਈ ਅੱਗੇ ਵੀ ਪਿੱਛੇ ਆਈ ਸੀ ਵਿਚਾਰੋ ਭੇਸ ਤੋਂ ਵੀ ਰਹਿਤ ਹਨ। ਉਹਨਾਂ ਨੂੰ ਕੋਈ ਭੇਸ ਵੀ ਖਾਸ ਭੇਸ ਨਹੀਂ ਹੈ ਉਹਨਾਂ ਦਾ, ਉਹ ਤਾਂ ਬਸ ਜੋਤ ਰੂਪ ਪ੍ਰਕਾਸ਼ ਰੂਪ ਹਨ। ਇਸ ਕਰਕੇ ਪਾਤਸ਼ਾਹ ਤੁਸੀਂ ਦੇਸ਼ ਤੋਂ ਵੀ ਰਹਿਤ ਹੋ ਅਤੇ ਭੇਸ ਤੋਂ ਵੀ ਰਹਿਤ ਹੋ, ਤੁਹਾਨੂੰ ਸਾਡੀ ਨਮਸਕਾਰ ਹੈ। ਸੋ ਅੱਜ ਦੀ ਸੇਵਾ ਇੰਨੀ ਕੁ ਸਤਸੰਗ ਪ੍ਰਵਾਨ ਕਰਨੀ ਜੀਓ। ਅੱਜ 10 ਪੌੜੀਆਂ ਤੱਕ ਆਪਾਂ ਪੁੱਜੇ ਹਾਂ। ਕੱਲ੍ਹ ਨੂੰ ਇੱਦੋਂ ਅੱਗੇ ਆਪਾਂ ਫਿਰ ਵਿਚਾਰਾਂਗੇ। ਦਾਸ ਤੋਂ ਬੋਲਦੇ ਹਾਂ, ਬੇਅੰਤ ਭੁੱਲਾਂ ਹੁੰਦੀਆਂ ਹਨ, ਤੁਸੀਂ ਨਾ ਚਿਤਾਰਨੀਆਂ। ਕਿਰਪਾ ਕਰਨੀ, ਅਰਦਾਸ ਕਰਨੀ ਇਸ ਦਾਸਰੇ ਵਾਸਤੇ। ਪਾਤਸ਼ਾਹ ਕਿਰਪਾ ਕਰਿਓ, ਇੱਦਾਂ ਹੀ ਸੰਗਤ ਦੀ ਸੇਵਾ ਸਤਿਗੁਰੂ ਜੀ ਲੈਂਦੇ ਰਹਿਣ। ਕਿਰਪਾ ਰਹਿਮਤ ਬਖਸ਼ਿਸ਼ ਵਰਤਾਉਂਦੇ ਰਹਿਣ ਮਹਾਰਾਜ। ਕੋਟਾਨ ਕੋਟ ਸ਼ੁਕਰ ਸੰਗਤ ਦਾ, ਜਿਨ੍ਹਾਂ ਨੇ ਸਮਾਂ ਦਾਸਰੇ ਨੂੰ, ਇਸ ਮੂਰਖ ਨੂੰ ਬਖਸ਼ਿਸ਼ ਕੀਤਾ ਸੰਗਤ ਦੀ ਸੇਵਾ ਕਰਨ ਦਾ। ਔਰ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕਰਕੇ ਬਹਾਨਾ ਬਣਾਇਆ। ਆਪਾਂ ਹੁਣ ਰੋਜ਼ ਵਿਚਾਰਦੇ ਹਾਂ। ਪਾਤਸ਼ਾਹ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ, ਔਰ ਕਥਾ ਸੁਣੋ, ਹੋਰਨਾਂ ਨੂੰ ਸੁਣਾਓ, ਆਨੰਦ ਮਾਣੋ। ਗੁਰੂ ਦੀ ਕਿਰਪਾ ਫਿਰ ਹੋਰ ਵਰਤੇਗੀ। ਭੁੱਲਾਂ ਬਖਸ਼ਣੀਆਂ ਜੀ, ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।